ਸਾਈਂ ਬਾਬਾ ਦੀ ਕਿਰਪਾ ਨਾਲ ਅਸੀਂ ਹੁਣ ਅਧਿਆਇ 2 ਵੱਲ ਵੱਧ ਰਹੇ ਹਾਂ। ਇਸ ਅਧਿਆਇ ਵਿੱਚ ਗ੍ਰੰਥ ਲਿਖਣ ਦਾ ਮੰਤਵ, ਕੰਮ ਸ਼ੁਰੂ ਕਰਨ ਵਿੱਚ ਅਸਮਰਥਤਾ ਅਤੇ ਹਿੰਮਤ, ਗਰਮਾ ਗਰਮ ਬਹਿਸ, ਅਰਥਪੂਰਨ ਉਪਾਧੀ ਹਿਮਾਡ ਪੰਥ, ਗੁਰੂ ਦੀ ਜ਼ਰੂਰਤ ਦਾ ਵਰਣਨ ਕੀਤਾ ਗਿਆ ਹੈ। ਪਿਛਲੇ ਅਧਿਆਇ ਵਿੱਚ ਗ੍ਰੰਥਕਾਰ ਨੇ ਆਪਣੇ ਮੌਲਿਕ ਗ੍ਰੰਥ ਸ਼੍ਰੀ ਸਾਈਂ ਸਤਚਰਿਤ ਮਰਾਠੀ ਭਾਸ਼ਾ ਵਿੱਚ ਉਹਨਾਂ ਕਾਰਨਾਂ ਤੇ ਰੋਸ਼ਨੀ ਪਾਈ ਸੀ ਜਿਨ੍ਹਾਂ ਕਰਕੇ ਉਹਨਾਂ ਨੂੰ ਗ੍ਰੰਥ ਰਚਨ ਦੇ ਕੰਮ ਨੂੰ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਹੁਣ ਉਹ ਗ੍ਰੰਥ ਪੜ੍ਹਨ ਦੇ ਯੋਗ ਅਧਿਕਾਰੀਆਂ ਅਤੇ ਹੋਰ ਵਿਸ਼ਿਆਂ ਦਾ ਇਸ ਅਧਿਆਇ ਵਿੱਚ ਵਰਣਨ ਕਰਨਗੇ। ਗ੍ਰੰਥ ਲਿਖਣ ਦਾ ਮੰਤਵ, ਇਸ ਤਰ੍ਹਾਂ ਹੈਜੇ ਦੀ ਕਰੋਪੀ ਨੂੰ ਆਟਾ ਪਿਸਵਾ ਕੇ ਅਤੇ ਆਟੇ ਨੂੰ ਪਿੰਡ ਦੇ ਬਾਹਰ ਸੁਟਵਾ ਕੇ ਰੋਕਿਆ ਅਤੇ ਉਸ ਦਾ ਨਾਸ਼ ਕੀਤਾ। ਬਾਬਾ ਦੀ ਇਸ ਲੀਲਾ ਦਾ ਵਰਣਨ ਪਹਿਲੇ ਅਧਿਆਇ ਵਿੱਚ ਕੀਤਾ ਜਾ ਚੁੱਕਾ ਹੈ। ਮੈਂ ਬਾਬਾ ਦੀਆਂ ਹੋਰ ਵੀ ਲੀਲਾਵਾਂ ਸੁਣੀਆਂ ਜਿਨ੍ਹਾਂ ਨਾਲ ਮੇਰੇ ਦਿਲ ਨੂੰ ਬਹੁਤ ਆਨੰਦ ਆਇਆ ਅਤੇ ਇਹੀ ਆਨੰਦ ਦਾ ਸੋਮਾ ਕਾਵੀ ਰੂਪ ਵਿੱਚ ਪ੍ਰਗਟ ਹੋਇਆ। ਮੈਂ ਸੋਚਿਆ ਕਿ ਇਹ ਮਹਾਨ ਹੈਰਾਨ ਕਰਨ ਵਾਲੀਆਂ ਲੀਲਾਵਾਂ ਦਾ ਵਰਣਨ ਬਾਬਾ ਦੇ ਭਗਤਾਂ ਲਈ ਮਨੋਰੰਜਕ ਅਤੇ ਸਿੱਖਿਆਦਾਇਕ ਸਿੱਧ ਹੋਵੇਗਾ ਅਤੇ ਉਹਨਾਂ ਦੇ ਪਾਪ ਜੜੋਂ ਨਸ਼ਟ ਹੋ ਜਾਣਗੇ। ਇਸ ਲਈ ਮੈਂ ਬਾਬਾ ਦੀ ਪਵਿੱਤਰ ਜੀਵਨੀ ਅਤੇ ਉਹਨਾਂ ਦੇ ਸੁੰਦਰ ਉਪਦੇਸ਼ਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਸ਼੍ਰੀ ਸਾਈਂ ਜੀ ਦੀ ਜੀਵਨੀ ਨਾ ਤਾਂ ਉਲਝਣਪੂਰਨ ਹੈ ਅਤੇ ਨਾ ਹੀ ਤੰਗ ਹੈ, ਬਲਕਿ ਸੱਚ ਅਤੇ ਅਧਿਆਤਮਕ ਰਾਹ ਦੀ ਅਸਲੀ ਜਾਣਕਾਰੀ ਦਿੰਦੀ ਹੈ। ਕੰਮ ਸ਼ੁਰੂ ਕਰਨ ਵਿੱਚ ਅਸਮਰਥਤਾ ਅਤੇ ਹਿੰਮਤ। ਸ਼੍ਰੀ ਹਿਮਾਡ ਪੰਥ ਨੂੰ ਇਹ ਵਿਚਾਰ ਆਇਆ ਕਿ ਮੈਂ ਇਸ ਕੰਮ ਲਈ ਯੋਗ ਪਾਤਰ ਨਹੀਂ ਹਾਂ। ਮੈਂ ਤਾਂ ਆਪਣੇ ਪਰਮ ਦੋਸਤ ਦੀ ਜੀਵਨੀ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹਾਂ ਅਤੇ ਨਾ ਹੀ ਉਹਨਾਂ ਦੇ ਸੁਭਾਅ ਤੋਂ। ਫਿਰ ਮੇਰੇ ਵਰਗਾ ਮੂਰਖ ਭਲਾ ਇੱਕ ਮਹਾਨ ਸੰਤ ਪੁਰਖ ਦੀ ਜੀਵਨੀ ਲਿਖਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ? ਅਵਤਾਰਾਂ ਦੇ ਸੁਭਾਅ ਦਾ ਵਰਣਨ ਕਰਨ ਵਿੱਚ ਤਾਂ ਵੇਦ ਵੀ ਆਪਣੀ ਅਸਮਰਥਤਾ ਪ੍ਰਗਟ ਕਰਦੇ ਹਨ। ਕਿਸੇ ਸੰਤ ਦਾ ਚਰਿੱਤ ਸਮਝਣ ਲਈ ਆਪਣੇ ਆਪ ਨੂੰ ਸੰਤ ਹੋਣਾ ਬਹੁਤ ਜ਼ਰੂਰੀ ਹੈ। ਫਿਰ ਮੈਂ ਤਾਂ ਉਹਨਾਂ ਦਾ ਗੁਣਗਾਨ ਕਰਨ ਦੇ ਬਿਲਕੁਲ ਯੋਗ ਨਹੀਂ ਹਾਂ। ਸੰਤਾਂ ਦੇ ਜੀਵਨੀ ਲਿਖਣ ਲਈ ਇੱਕ ਵੱਡੇ ਹੌਸਲੇ ਦੀ ਲੋੜ ਹੈ ਅਤੇ ਕਿਤੇ ਇਸ ਤਰ੍ਹਾਂ ਨਾ ਹੋਏ ਕਿ 4 ਲੋਕਾਂ ਅੱਗੇ ਮੈਨੂੰ ਮਜ਼ਾਕ ਦਾ ਪਾਤਰ ਬਣਨਾ ਪਏ। ਇਸ ਲਈ ਸ਼੍ਰੀ ਸਾਈਂ ਬਾਬਾ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਨ ਲੱਗਾ। ਮਹਾਰਾਸ਼ਟਰ ਦੇ ਮਹਾਨ ਸੰਤ ਸ਼੍ਰੀ ਗਿਆਨੇਸ਼ਵਰ ਮਹਾਰਾਜ ਦਾ ਕਥਨ ਹੈ ਕਿ ਸੰਤ ਚਰਿੱਤਰ ਰਚਣ ਵਾਲੇ ਤੋਂ ਪਰਮਾਤਮਾ ਅਤ ਪ੍ਰਸੰਨ ਹੁੰਦੇ ਹਨ। ਤੁਲਸੀਦਾਸ ਜੀ ਨੇ ਵੀ ਕਿਹਾ ਹੈ ਕਿ ਸਾਧੂ ਚਰਿਤ ਸ਼ੁਭ ਸਰਿਸ ਕਪਾਸੂ, ਨਿਰਸ ਵਿਸ਼ਦ ਗੁਣਮय ਫਲ ਜਾਸੂ, ਜੋ ਹੋਏ ਦੁਖ ਪਰ ਛਿਦਰ ਦੁਰਾਵਾ, ਵੰਦਨੀय ਜਿਹੀ ਜਗ ਜਸ ਪਾਵਾ। ਭਗਤਾਂ ਨੂੰ ਵੀ ਸੰਤਾਂ ਦੀ ਸੇਵਾ ਕਰਨ ਦੀ ਇੱਛਾ ਰਹਿੰਦੀ ਹੈ। ਸੰਤਾਂ ਦਾ ਕੰਮ ਪੂਰਾ ਕਰਵਾਉਣ ਦਾ ਢੰਗ ਵੀ ਅਦਭੁਤ ਹੀ ਹੈ। ਅਸਲ ਵਿੱਚ ਪ੍ਰੇਰਨਾ ਤਾਂ ਸੰਤ ਹੀ ਦਿੰਦੇ ਹਨ। ਭਗਤ ਤਾਂ ਇੱਕ ਜਰੀਆ ਹੀ ਹੈ, ਜਾਂ ਸਮਝੋ ਕੰਮ ਕਰਨ ਲਈ ਇੱਕ ਜੰਤਰ ਹੀ ਹਨ। ਉਦਾਹਰਨ ਸ਼ਕ ਸਨ 1700 ਵਿੱਚ ਕਵੀ ਮਹੀਪਤੀ ਨੂੰ ਸੰਤ ਚਰਿੱਤਰ ਲਿਖਣ ਦੀ ਪ੍ਰੇਰਨਾ ਹੋਈ। ਈਸ਼ਵਰ ਨੇ ਸੰਤਾਂ ਵਿੱਚ ਪ੍ਰੇਰਨਾ ਪੈਦਾ ਕੀਤੀ ਅਤੇ ਕੰਮ ਪੂਰਾ ਹੋ ਗਿਆ। ਇਸੇ ਤਰ੍ਹਾਂ ਸ਼ਕ ਸਨ 1800 ਵਿੱਚ ਦਾਸਗਣੂ ਦੀ ਸੇਵਾ ਸਵੀਕਾਰ ਹੋਈ। ਮਹੀਪਤੀ ਨੇ 4 ਕਾਵਿ ਰਚੇ, ਭਗਤ ਵਿਜੇ, ਸੰਤ ਵਿਜੇ, ਭਗਤ ਲੀਲਾਮ੍ਰਿਤ, ਸੰਤ ਲੀਲਾਮ੍ਰਿਤ, ਅਤੇ ਦਾਸਗਣੂ ਨੇ ਕੇਵਲ 2, ਭਗਤ ਲੀਲਾਮ੍ਰਿਤ ਅਤੇ ਸੰਤ ਕਥਾਮ੍ਰਿਤ, ਜਿਸ ਵਿੱਚ ਆਧੁਨਿਕ ਸੰਤਾਂ ਦੇ ਚਰਿੱਤਰ ਦਾ ਵਰਣਨ ਹੈ। ਭਗਤ ਲੀਲਾਮ੍ਰਿਤ ਦੇ ਅਧਿਆਇ 31, 32, 33 ਅਤੇ ਸੰਤ ਕਥਾਮ੍ਰਿਤ ਦੇ 57ਵੇਂ ਅਧਿਆਇ ਵਿੱਚ ਸ਼੍ਰੀ ਸਾਈਂ ਬਾਬਾ ਦੀ ਸੁੰਦਰ ਜੀਵਨੀ ਅਤੇ ਅਮੁੱਲ ਉਪਦੇਸ਼ਾਂ ਦਾ ਵਰਣਨ ਸੁੰਦਰ ਅਤੇ ਮਨੋਰੰਜਕ ਢੰਗ ਨਾਲ ਕੀਤਾ ਗਿਆ ਹੈ। ਇਸ ਦਾ ਉਤਾਰਾ ਸ਼੍ਰੀ ਸਾਈਂ ਲੀਲਾ ਮੈਗਜ਼ੀਨ ਦੇ ਅੰਕ 11, 12 ਅਤੇ 17 ਵਿੱਚ ਦਿੱਤਾ ਗਿਆ ਹੈ। ਪਾਠਕਾਂ ਨੂੰ ਇਹ ਅੰਕ ਪੜ੍ਹਨ ਦੀ ਬੇਨਤੀ ਹੈ। ਇਸ ਤਰ੍ਹਾਂ ਸ਼੍ਰੀ ਸਾਈਂ ਬਾਬਾ ਦੀਆਂ ਅਦਭੁਤ ਲੀਲਾਵਾਂ ਦਾ ਵਰਣਨ ਕਰ ਇੱਕ ਬਹੁਤ ਸੁੰਦਰ ਛੋਟੀ ਜਿਹੀ ਕਿਤਾਬ ਸ਼੍ਰੀ ਸਾਈਂ ਨਾਥ ਭਜਨਮਾਲਾ ਵਿੱਚ ਵੀ ਕੀਤਾ ਗਿਆ ਹੈ। ਇਸ ਦਾ ਰਚਨਾ ਬਾਂਦਰਾ ਦੀ ਸ਼੍ਰੀਮਤੀ ਸਵਿਤਰੀ ਬਾਈ ਰਘੁਨਾਥ ਤੇਂਦੁਲਕਰ ਨੇ ਕੀਤੀ ਹੈ। ਸ਼੍ਰੀ ਦਾਸਗਣੂ ਮਹਾਰਾਜ ਨੇ ਵੀ ਸ਼੍ਰੀ ਸਾਈਂ ਬਾਬਾ ਦੇ ਕਈ ਸੁੰਦਰ ਕਵਿਤਾਵਾਂ ਦੀ ਰਚਨਾ ਕੀਤੀ ਹੈ। ਇੱਕ ਹੋਰ ਭਗਤ ਅਮੀਦਾਸ ਭਵਾਨੀ ਮਹਿਤਾ ਨੇ ਵੀ ਬਾਬਾ ਦੀਆਂ ਕੁਝ ਕਥਾਵਾਂ ਨੂੰ ਗੁਜਰਾਤੀ ਵਿੱਚ ਪ੍ਰਕਾਸ਼ਿਤ ਕੀਤਾ। ਸਾਈਂ ਪ੍ਰਭਾ ਨਾਂ ਦੀ ਮੈਗਜ਼ੀਨ ਵਿੱਚ ਵੀ ਕੁਝ ਲੀਲਾਵਾਂ ਸ਼ਿਰਡੀ ਦੇ ਦਕਸ਼ਿਨਾ ਭਿਕਸ਼ਾ ਸੰਸਥਾਨ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸ਼੍ਰੀ ਸਾਈਂ ਨਾਥ ਮਹਾਰਾਜ ਦੇ ਜੀਵਨ ਤੇ ਰੋਸ਼ਨੀ ਪਾਉਣ ਵਾਲਾ ਇੰਨਾ ਸਾਹਿਤ ਮੌਜੂਦ ਹੈ, ਫਿਰ ਇੱਕ ਹੋਰ ਗ੍ਰੰਥ ਸਾਈਂ ਸਤਚਰਿੱਤਰ ਦੀ ਰਚਨਾ ਕਰਨ ਦੀ ਕੀ ਲੋੜ ਪੈਦਾ ਹੋਈ? ਇਸ ਦਾ ਜਵਾਬ ਸਿਰਫ ਇਹ ਹੈ ਕਿ ਸ਼੍ਰੀ ਸਾਈਂ ਬਾਬਾ ਦੀ ਜੀਵਨੀ ਸਮੁੰਦਰ ਵਾਂਗ ਡੂੰਘੀ, ਵਿਸ਼ਾਲ ਅਤੇ ਅਥਾਹ ਹੈ। ਜੇ ਉਸ ਵਿੱਚ ਡੂੰਘੇ ਗੋਤੇ ਲਾਏ ਜਾਣ ਤਾਂ ਗਿਆਨ ਅਤੇ ਭਗਤੀ ਰੂਪੀ ਅਮੁੱਲ ਰਤਨਾਂ ਦੀ ਸਹਿਜ ਹੀ ਪ੍ਰਾਪਤੀ ਹੋ ਸਕਦੀ ਹੈ, ਜਿਸ ਨਾਲ ਮੁਮੁਕਸ਼ੂਆਂ ਨੂੰ ਲਾਭ ਹੋਏਗਾ।
ਸ਼੍ਰੀ ਸਾਈਂ ਬਾਬਾ ਦੀ ਜੀਵਨੀ, ਉਹਨਾਂ ਦੀਆਂ ਮਿਸਾਲਾਂ ਅਤੇ ਉਪਦੇਸ਼ ਬਹੁਤ ਹੈਰਾਨੀ ਭਰਪੂਰ ਹਨ। ਦੁਖੀ ਅਤੇ ਬਦਕਿਸਮਤ ਮਨੁੱਖਾਂ ਨੂੰ ਇਹਨਾਂ ਨਾਲ ਸ਼ਾਂਤੀ ਅਤੇ ਸੁੱਖ ਪ੍ਰਾਪਤ ਹੋਏਗਾ ਅਤੇ ਲੋਕ ਪਰਲੋਕ ਵਿੱਚ ਗਿਆਨ ਦੀ ਪ੍ਰਾਪਤੀ ਹੋਏਗੀ। ਜੇ ਸ਼੍ਰੀ ਸਾਈਂ ਬਾਬਾ ਦੇ ਉਪਦੇਸ਼ਾਂ ਦਾ, ਜੋ ਕਿ ਵੈਦਿਕ ਸਿੱਖਿਆ ਦੇ ਵਾਂਗ ਹੀ ਮਨੋਰੰਜਕ ਅਤੇ ਸਿੱਖਿਆਦਾਇਕ ਹਨ, ਧਿਆਨ ਨਾਲ ਸਰਵਣ ਅਤੇ ਵਿਚਾਰ ਕੀਤਾ ਜਾਏ ਤਾਂ ਭਗਤਾਂ ਨੂੰ ਮਨਚਾਹੇ ਫਲ ਦੀ ਪ੍ਰਾਪਤੀ ਹੋ ਜਾਏਗੀ। ਬ੍ਰਹਮਾ ਨਾਲ ਅਭਿੰਨਤਾ, ਅਸ਼ਟਾਂਗ ਯੋਗ ਦੀ ਸਿੱਧੀ ਅਤੇ ਸਮਾਧੀ, ਆਨੰਦ ਆਦਿ ਦੀ ਪ੍ਰਾਪਤੀ ਆਸਾਨੀ ਨਾਲ ਹੋ ਜਾਏਗੀ। ਇਹ ਸੋਚ ਕੇ ਹੀ ਮੈਂ ਚਰਿੱਤਰ ਦੀਆਂ ਕਥਾਵਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਨਾਲ ਹੀ ਮੈਨੂੰ ਇਹ ਵਿਚਾਰ ਵੀ ਆਇਆ ਕਿ ਮੇਰੇ ਲਈ ਸਭ ਤੋਂ ਉੱਤਮ ਸਾਧਨਾ ਸਿਰਫ ਉਹੀ ਹੈ ਜਿਹੜੇ ਭੋਲੇ ਭਾਲੇ ਪ੍ਰਾਣੀ ਸ੍ਰੀ ਸਾਈਂ ਬਾਬਾ ਦੇ ਦਰਸ਼ਨਾਂ ਨਾਲ ਨਿੱਤਰ ਸਫਲ ਕਰਨ ਤੋਂ ਵਾਂਝੇ ਰਹਿ ਗਏ ਹਨ। ਉਹਨਾਂ ਲਈ ਇਹ ਚਰਿੱਤਰ ਅਤ ਆਨੰਦਦਾਇਕ ਹੋਏਗਾ। ਇਸ ਲਈ ਮੈਂ ਵੀ ਆਪਣਾ ਹੰਕਾਰ ਬਾਬਾ ਦੇ ਚਰਨਾਂ ਤੇ ਵਾਰ ਦਿੱਤਾ। ਮੈਂ ਸੋਚਿਆ ਹੁਣ ਰਾਹ ਬਹੁਤ ਆਸਾਨ ਹੋ ਗਿਆ ਹੈ ਅਤੇ ਬਾਬਾ ਮੈਨੂੰ ਇਸ ਲੋਕ ਅਤੇ ਪਰਲੋਕ ਵਿੱਚ ਸੁਖੀ ਬਣਾ ਦੇਣਗੇ। ਮੈਂ ਆਪ ਬਾਬਾ ਦੀ ਆਗਿਆ ਪ੍ਰਾਪਤ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਸ਼੍ਰੀ ਮਾਧਵ ਰਾਮ ਉਪਨਾਮ ਸ਼ਾਮਾ, ਜਿਹੜੇ ਕਿ ਬਾਬਾ ਦੇ ਖਾਸ ਭਗਤਾਂ ਵਿੱਚੋਂ ਸੀ, ਇਸ ਲਈ ਪ੍ਰਾਰਥਨਾ ਕੀਤੀ। ਸ਼ਾਮਾ ਨੇ ਇਸ ਕੰਮ ਦੇ ਲਈ ਸ਼੍ਰੀ ਸਾਈਂ ਬਾਬਾ ਨੂੰ ਨਿਮਰਤਾ ਨਾਲ ਭਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ, ਇਹ ਅੰਨਾ ਸਾਹਿਬ ਤੁਹਾਡੀ ਜੀਵਨੀ ਲਿਖਣ ਦੇ ਲਈ ਉਤਸੁਕ ਹਨ, ਪਰ ਤੁਸੀਂ ਕਿਰਪਾ ਕਰਕੇ ਇਹ ਨਾ ਕਹਿਣਾ ਮੈਂ ਤਾਂ ਇੱਕ ਫਕੀਰ ਹਾਂ ਅਤੇ ਮੇਰੀ ਜੀਵਨੀ ਲਿਖਣ ਦੀ ਕੀ ਲੋੜ ਹੈ। ਤੁਹਾਡੀ ਕਿਰਪਾ ਅਤੇ ਆਗਿਆ ਨਾਲ ਹੀ ਇਹ ਲਿਖ ਸਕਣਗੇ, ਜਾਂ ਤੁਹਾਡੇ ਸ਼੍ਰੀ ਚਰਨਾਂ ਦਾ ਪੁੰਨ ਪ੍ਰਾਪਤ ਹੀ ਇਸ ਕੰਮ ਨੂੰ ਸਫਲ ਬਣਾ ਦੇਵੇਗਾ। ਤੁਹਾਡੀ ਆਗਿਆ ਅਤੇ ਆਸ਼ੀਰਵਾਦ ਤੋਂ ਬਿਨਾਂ ਕੋਈ ਵੀ ਕੰਮ ਯਸ਼ਸਵੀ ਨਹੀਂ ਹੋ ਸਕਦਾ। ਇਹ ਪ੍ਰਾਰਥਨਾ ਸੁਣ ਕੇ ਬਾਬਾ ਨੇ ਦਇਆ ਆ ਗਈ। ਉਹਨਾਂ ਤਸੱਲੀ ਅਤੇ ਉਦੀ ਦੇ ਕੇ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖਿਆ ਅਤੇ ਕਹਿਣ ਲੱਗੇ ਕਿ ਇਹਨਾਂ ਨੂੰ ਜੀਵਨ ਅਤੇ ਉਪਦੇਸ਼ਾਂ ਨੂੰ ਇਕੱਠੇ ਕਰਕੇ ਲਿਪੀਬੰਦ ਕਰਨ ਦਿਓ। ਮੈਂ ਇਹਨਾਂ ਦੀ ਮਦਦ ਕਰਾਂਗਾ। ਮੈਂ ਆਪ ਹੀ ਆਪਣੀ ਜੀਵਨੀ ਲਿਖ ਕੇ ਭਗਤਾਂ ਦੀ ਇੱਛਾ ਪੂਰਨ ਕਰਾਂਗਾ, ਪਰ ਇਹਨਾਂ ਨੂੰ ਮੈਂ ਤਿਆਗ ਕੇ ਮੇਰੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਜਿਹੜੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਆਚਰਣ ਕਰਦਾ ਹੈ, ਮੈਂ ਉਸ ਦੀ ਬਹੁਤ ਮਦਦ ਕਰਦਾ ਹਾਂ। ਮੇਰੀ ਜੀਵਨ ਕਥਾਵਾਂ ਦੀ ਗੱਲ ਤਾਂ ਸਹਿਜ ਹੈ, ਮੈਂ ਤਾਂ ਇਹਨਾਂ ਨੂੰ ਘਰ ਬੈਠੇ ਹੀ ਕਈ ਤਰ੍ਹਾਂ ਨਾਲ ਮਦਦ ਪਹੁੰਚਾਉਂਦਾ ਹਾਂ। ਜਦੋਂ ਇਹਨਾਂ ਦੀ ਮੈਂ ਪੂਰੀ ਤਰ੍ਹਾਂ ਨਸ਼ਟ ਹੋ ਜਾਏਗੀ ਅਤੇ ਖੋਜਣ ਤੇ ਰੱਤੀ ਭਰ ਵੀ ਨਹੀਂ ਮਿਲੇਗੀ, ਤਾਂ ਮੈਂ ਇਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਕੇ ਆਪ ਹੀ ਆਪਣੀ ਜੀਵਨੀ ਲਿਖਾਂਗਾ। ਮੇਰੇ ਚਰਿੱਤਰ ਅਤੇ ਉਪਦੇਸ਼ਾਂ ਦੇ ਸਰਵਣ ਮਾਤਰ ਨਾਲ ਹੀ ਭਗਤਾਂ ਦੇ ਦਿਲ ਵਿੱਚ ਸ਼ਰਧਾ ਜਾਗ ਕੇ ਆਸਾਨੀ ਨਾਲ ਆਤਮਾਨੁਭੂਤੀ ਅਤੇ ਪਰਮਾਨੰਦ ਦੀ ਪ੍ਰਾਪਤੀ ਹੋ ਜਾਏਗੀ। ਗ੍ਰੰਥ ਵਿੱਚ ਆਪਣੇ ਮਤ ਦਾ ਪ੍ਰਮਾਣ ਅਤੇ ਦੂਜਿਆਂ ਦਾ ਖੰਡਨ ਅਤੇ ਹੋਰ ਕਿਸੇ ਵਿਸ਼ੇ ਦੇ ਹੱਕ ਵਿੱਚ ਜਾਂ ਖਿਲਾਫ ਫਜ਼ੂਲ ਬਹਿਸ ਦੀ ਮਾੜੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਅਰਥਪੂਰਨ ਉਪਾਧੀ ਹਿਮਾਡ ਪੰਥ। ਵਾਦ ਵਿਵਾਦ ਸ਼ਬਦ ਤੋਂ ਮੈਨੂੰ ਯਾਦ ਆਇਆ ਕਿ ਮੈਂ ਪਾਠਕਾਂ ਨੂੰ ਵਚਨ ਦਿੱਤਾ ਹੈ ਕਿ ਮੈਂ ਹਿਮਾਡ ਪੰਥ ਉਪਾਧੀ ਕਿਸ ਤਰ੍ਹਾਂ ਪ੍ਰਾਪਤ ਹੋਈ, ਇਸ ਦਾ ਵਰਣਨ ਕਰਾਂਗਾ। ਹੁਣ ਮੈਂ ਉਸ ਦਾ ਵਰਣਨ ਕਰਦਾ ਹਾਂ। ਸ਼੍ਰੀ ਕਾਕਾ ਸਾਹਿਬ ਦੀਕਸ਼ਿਤ ਅਤੇ ਨਾਨਾ ਸਾਹਿਬ ਚਾਂਦੋਰਕਰ ਮੇਰੇ ਖਾਸ ਦੋਸਤਾਂ ਵਿੱਚੋਂ ਸੀ। ਉਹਨਾਂ ਨੇ ਮੈਨੂੰ ਸ਼ਿਰਡੀ ਜਾ ਕੇ ਸ਼੍ਰੀ ਸਾਈਂ ਬਾਬਾ ਦੇ ਦਰਸ਼ਨਾਂ ਦਾ ਲਾਭ ਲੈਣ ਦੀ ਬੇਨਤੀ ਕੀਤੀ। ਮੈਂ ਉਹਨਾਂ ਨੂੰ ਵਚਨ ਦਿੱਤਾ, ਪਰ ਕੁਝ ਰੁਕਾਵਟ ਆ ਜਾਣ ਕਰਕੇ ਮੇਰੀ ਸ਼ਿਰਡੀ ਯਾਤਰਾ ਮੁਲਤਵੀ ਹੋ ਗਈ। ਮੇਰੇ ਇੱਕ ਖਾਸ ਦੋਸਤ ਦਾ ਪੁੱਤਰ ਲੋਨਾਵਾਲਾ ਵਿੱਚ ਬਿਮਾਰ ਹੋ ਗਿਆ ਸੀ। ਉਹਨਾਂ ਦੇ ਸਾਰੇ ਆਦਿ ਭੌਤਿਕ ਅਤੇ ਆਤਮਿਕ ਇਲਾਜ ਕੀਤੇ, ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਅਤੇ ਬੁਖਾਰ ਕਿਸੇ ਵੀ ਤਰ੍ਹਾਂ ਘੱਟ ਨਾ ਹੋਇਆ। ਅੰਤ ਵਿੱਚ ਉਹਨਾਂ ਨੇ ਆਪਣੇ ਗੁਰੂਦੇਵ ਨੂੰ ਉਸ ਦੇ ਸਿਰਹਾਣੇ ਬਿਠਾਇਆ, ਪਰ ਨਤੀਜਾ ਉਹੀ ਪਹਿਲਾਂ ਵਾਲਾ ਹੀ ਹੋਇਆ। ਇਹ ਘਟਨਾ ਦੇਖ ਕੇ ਮੈਨੂੰ ਵਿਚਾਰ ਆਇਆ ਕਿ ਜੇ ਗੁਰੂ ਕਿਸੇ ਬੱਚੇ ਦੇ ਪ੍ਰਾਣਾਂ ਦੀ ਰੱਖਿਆ ਹੀ ਨਹੀਂ ਕਰ ਸਕਦਾ ਅਤੇ ਉਸ 'ਚ ਅਸਮਰਥ ਹੈ, ਫਿਰ ਉਸ ਦੀ ਲੋੜ ਵੇਲੇ ਯੋਗਤਾ ਦਾ ਲਾਭ ਹੀ ਕੀ ਹੈ? ਅਤੇ ਜਦੋਂ ਉਸ ਵਿੱਚ ਕੋਈ ਯੋਗਤਾ ਹੀ ਨਹੀਂ, ਤਾਂ ਸਿਰਫ ਸ਼ਿਰਡੀ ਜਾਣ ਦਾ ਕੀ ਮਤਲਬ ਹੈ? ਇਹ ਸੋਚ ਕੇ ਮੈਂ ਸ਼ਿਰਡੀ ਯਾਤਰਾ ਮੁਲਤਵੀ ਕਰ ਦਿੱਤੀ। ਪਰ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ। ਅਤੇ ਉਹ ਇਸ ਤਰ੍ਹਾਂ ਹੋਇਆ। ਪ੍ਰਾਂਤ ਅਧਿਕਾਰੀ ਨਾਨਾ ਸਾਹਿਬ ਚਾਂਦੋਰਕਰ ਵਸਈ ਦੌਰੇ ਤੇ ਜਾ ਰਹੇ ਸੀ। ਉਹ ਠਾਣੇ ਤੋਂ ਦਾਦਰ ਪਹੁੰਚੇ ਅਤੇ ਵਸਈ ਜਾਣ ਵਾਲੀ ਗੱਡੀ ਦੀ ਉਡੀਕ ਕਰ ਰਹੇ ਸੀ। ਉਸੇ ਵੇਲੇ ਬਾਂਦਰਾ ਲੋਕਲ ਆਈ, ਜਿਸ ਵਿੱਚ ਬੈਠ ਕੇ ਉਹ ਬਾਂਦਰਾ ਪਹੁੰਚੇ ਤੇ ਸ਼ਿਰਡੀ ਯਾਤਰਾ ਮੁਲਤਵੀ ਕਰਨ ਲਈ ਮੇਰੀ ਖਬਰ ਲਈ। ਨਾਨਾ ਸਾਹਿਬ ਦੀ ਦਲੀਲ ਮੈਨੂੰ ਠੀਕ ਅਤੇ ਸੁਖਦਾਈ ਮਹਿਸੂਸ ਹੋਈ ਅਤੇ ਉਸ ਦੇ ਫਲਸਰੂਪ ਮੈਂ ਕਿਸੇ ਰਾਤ ਸ਼ਿਰਡੀ ਜਾਣ ਦਾ ਇਰਾਦਾ ਕਰ ਲਿਆ ਅਤੇ ਸਮਾਨ ਬੇਨਤੀ ਦੇ ਸ਼ਿਰਡੀ ਲਈ ਰਵਾਨਾ ਹੋ ਗਿਆ। ਮੈਂ ਸਿੱਧਾ ਦਾਦਰ ਜਾ ਕੇ ਉੱਥੋਂ ਮਨਮਾੜ ਦੀ ਗੱਡੀ ਫੜਨ ਦਾ ਪ੍ਰੋਗਰਾਮ ਬਣਾਇਆ। ਇਸ ਇਰਾਦੇ ਨਾਲ ਮੈਂ ਦਾਦਰ ਵਾਲੀ ਗੱਡੀ ਦੇ ਡੱਬੇ ਵਿੱਚ ਬੈਠ ਗਿਆ।
ਗੱਡੀ ਚੱਲਣ ਵਾਲੀ ਸੀ ਕਿ ਇੱਕ ਮੁਸਲਮਾਨ ਮੇਰੇ ਡੱਬੇ ਵਿੱਚ ਆਇਆ ਤੇ ਮੇਰਾ ਸਮਾਨ ਦੇਖ ਕੇ ਮੈਨੂੰ ਪੁੱਛਣ ਲੱਗਾ ਕਿ ਕਿੱਥੇ ਜਾ ਰਹੇ ਹੋ। ਮੈਂ ਆਪਣਾ ਪ੍ਰੋਗਰਾਮ ਉਸ ਨੂੰ ਦੱਸ ਦਿੱਤਾ। ਉਸਨੇ ਮੈਨੂੰ ਕਿਹਾ ਕਿ ਮਨਮਾੜ ਵਾਲੀ ਗੱਡੀ ਦਾਦਰ ਖੜੀ ਨਹੀਂ ਹੁੰਦੀ, ਇਸ ਲਈ ਸਿੱਧੇ ਬੋਰੀ ਬੰਦਰ ਤੋਂ ਹੋ ਕੇ ਜਾਓ। ਜੇ ਇਹ ਇੱਕ ਸਧਾਰਨ ਜਿਹੀ ਘਟਨਾ ਨਾ ਘਟੀ ਹੁੰਦੀ ਤਾਂ ਮੈਂ ਆਪਣੇ ਪ੍ਰੋਗਰਾਮ ਦੇ ਮੁਤਾਬਕ ਸ਼ਿਰਡੀ ਨਾ ਪਹੁੰਚ ਸਕਣ ਦੇ ਕਾਰਨ ਕਈ ਤਰ੍ਹਾਂ ਦੇ ਸ਼ੱਕ ਅਤੇ ਵਹਿਮਾਂ ਵਿੱਚ ਪੈ ਜਾਂਦਾ, ਪਰ ਇੱਦਾਂ ਹੋਣਾ ਨਹੀਂ ਸੀ। ਕਿਸਮਤ ਨੇ ਸਾਥ ਦਿੱਤਾ ਅਤੇ ਦੂਜੇ ਦਿਨ 9-10 ਵਜੇ ਤੋਂ ਪਹਿਲਾਂ ਹੀ ਮੈਂ ਸ਼ਿਰਡੀ ਪਹੁੰਚ ਗਿਆ। ਇਹ ਸਨ 1910 ਦੀ ਗੱਲ ਹੈ, ਜਦੋਂ ਬਾਹਰੋਂ ਆਏ ਭਗਤ ਦੇ ਰਹਿਣ ਲਈ ਸਾਠੇਵਾੜਾ ਹੀ ਇੱਕੋ ਇੱਕ ਥਾਂ ਸੀ। ਟਾਂਗੇ ਤੋਂ ਉਤਰ ਕੇ ਮੈਂ ਸਾਈਂ ਬਾਬਾ ਦੇ ਦਰਸ਼ਨਾਂ ਲਈ ਬਹੁਤ ਉਤਾਵਲਾ ਸੀ। ਉਸ ਵੇਲੇ ਭਗਤ ਪ੍ਰਵਰ ਸ਼੍ਰੀ ਤਾਤਿਆ ਸਾਹਿਬ ਨੂਲਕਰ ਮਸਜਿਦ ਤੋਂ ਵਾਪਸ ਆਏ ਹੀ ਸੀ। ਉਹਨਾਂ ਨੇ ਦੱਸਿਆ ਕਿ ਇਸ ਵਕਤ ਸ਼੍ਰੀ ਸਾਈਂ ਬਾਬਾ ਮਸਜਿਦ ਦੇ ਮੋੜ ਤੇ ਹਨ। ਹੁਣ ਸਿਰਫ ਉਹਨਾਂ ਦੀ ਸ਼ੁਰੂਆਤੀ ਦਰਸ਼ਨ ਹੀ ਕਰ ਲਵੋ ਅਤੇ ਫਿਰ ਇਸ਼ਨਾਨ ਆਦਿ ਕਰਕੇ ਆਰਾਮ ਨਾਲ ਮੁਲਾਕਾਤ ਕਰਨ ਜਾਣਾ। ਇਹ ਸੁਣਦੇ ਹੀ ਮੈਂ ਦੌੜ ਕੇ ਗਿਆ ਅਤੇ ਬਾਬਾ ਦੇ ਚਰਨ ਛੂਹੇ। ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਮੈਨੂੰ ਕੀ ਨਹੀਂ ਮਿਲ ਗਿਆ ਸੀ। ਮੇਰਾ ਸਰੀਰ ਪ੍ਰਫੁੱਲਿਤ ਜਿਹਾ ਹੋ ਗਿਆ। ਮੇਰੀ ਭੁੱਖ ਪਿਆਸ ਦੀ ਸੁੱਧ ਚਲੀ ਗਈ। ਇਸ ਵਕਤ ਤੋਂ ਉਹਨਾਂ ਦੇ ਭਵ-ਵਿਨਾਸ਼ਕ ਚਰਨਾਂ ਦਾ ਛੋਹ ਪ੍ਰਾਪਤ ਹੋਈ। ਮੇਰੇ ਜੀਵਨ ਵਿੱਚ ਇੱਕ ਨਵੀਂ ਖੁਸ਼ੀ ਆ ਗਈ। ਮੈਂ ਉਹਨਾਂ ਦਾ ਸਦਾ ਲਈ ਕਰਜ਼ਾਈ ਹੋ ਗਿਆ। ਉਹਨਾਂ ਦਾ ਇਹ ਉਪਕਾਰ ਮੈਂ ਕਦੀ ਵੀ ਨਹੀਂ ਭੁੱਲ ਸਕਾਂਗਾ। ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਮਾਨਸਿਕ ਪ੍ਰਣਾਮ ਕਰਦਾ। ਜਿਵੇਂ ਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਸਾਈਂ ਦੇ ਦਰਸ਼ਨ ਦੀ ਹੀ ਵਿਸ਼ੇਸ਼ਤਾ ਹੈ ਕਿ ਵਿਚਾਰ ਬਦਲ ਕੇ ਪਿਛਲੇ ਕਰਮਾਂ ਦਾ ਅਸਰ ਜਲਦੀ ਘਟਣ ਲੱਗਦਾ ਹੈ ਅਤੇ ਹੌਲੀ-ਹੌਲੀ ਵਿਸ਼ੇ ਵਿਕਾਰਾਂ ਅਤੇ ਸੰਸਾਰਕ ਭੋਗਾਂ ਦਾ ਵੈਰਾਗ ਵੱਧਦਾ ਜਾਂਦਾ ਹੈ। ਸਿਰਫ ਪਿਛਲੇ ਜਨਮ ਦੇ ਅਨੇਕ ਸ਼ੁਭ ਸੰਸਕਾਰ ਇਕੱਠੇ ਹੋਣ ਕਰਕੇ ਹੀ ਐਵੇਂ ਦਰਸ਼ਨ ਪ੍ਰਾਪਤ ਹੋ ਸਕਦੇ ਹਨ। ਪਾਠਕੋ, ਮੈਂ ਤੁਹਾਨੂੰ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੇ ਤੁਸੀਂ ਸ਼੍ਰੀ ਸਾਈਂ ਬਾਬਾ ਨੂੰ ਇੱਕ ਵਾਰੀ ਨਜ਼ਰ ਭਰ ਕੇ ਦੇਖ ਲਵੋਗੇ ਤਾਂ ਤੁਹਾਨੂੰ ਸਾਰਾ ਸੰਸਾਰ ਹੀ ਸਾਈਂਮਈ ਦਿਖਾਈ ਦੇਵੇਗਾ। ਹੁਣ ਅਸੀਂ ਗਰਮਾ ਗਰਮ ਬਹਿਸ ਬਾਰੇ ਗੱਲ ਕਰਦੇ ਹਾਂ। ਸ਼ਿਰਡੀ ਪਹੁੰਚਣ ਦੇ ਪਹਿਲੇ ਦਿਨ ਹੀ ਬਾਲਾ ਸਾਹਿਬ ਅਤੇ ਮੇਰੇ ਵਿੱਚ ਗੁਰੂ ਦੀ ਜ਼ਰੂਰਤ ਤੇ ਵਾਦ ਵਿਵਾਦ ਛਿੜ ਗਿਆ। ਮੇਰਾ ਮਤ ਸੀ ਕਿ ਆਜ਼ਾਦੀ ਛੱਡ ਕੇ ਗੁਲਾਮ ਕਿਉਂ ਹੋਈਏ ਅਤੇ ਜਦੋਂ ਕਰਮ ਆਪ ਹੀ ਕਰਨਾ ਹੈ ਤਾਂ ਗੁਰੂ ਦੀ ਜ਼ਰੂਰਤ ਕਿੱਥੇ ਹੈ। ਹਰੇਕ ਨੂੰ ਪੂਰੀ ਕੋਸ਼ਿਸ਼ ਕਰਕੇ ਆਪਣੇ ਆਪ ਅੱਗੇ ਵਧਣਾ ਚਾਹੀਦਾ ਹੈ। ਗੁਰੂ ਚੇਲੇ ਲਈ ਕਰਦਾ ਹੀ ਕੀ ਹੈ? ਉਹ ਤਾਂ ਸੁੱਖ ਨਾਲ ਨੀਂਦ ਦਾ ਆਨੰਦ ਲੈਂਦਾ। ਇਸ ਤਰ੍ਹਾਂ ਮੈਂ ਆਜ਼ਾਦੀ ਦਾ ਪੱਖ ਪੂਰਿਆ ਅਤੇ ਬਾਲਾ ਸਾਹਿਬ ਨੇ ਗੁਰੂ ਦੀ ਲੋੜ ਦਾ। ਉਹਨਾਂ ਨੇ ਕਿਹਾ ਕਿ ਜੋ ਵਿਧੀ ਵਿੱਚ ਲਿਖਿਆ ਹੈ ਉਹ ਤਾਂ ਹੋ ਕੇ ਹੀ ਰਹੇਗਾ। ਇਸ ਵਿੱਚ ਉੱਚੀ ਕੋਟੀ ਦੇ ਮਹਾਂਪੁਰਖ ਵੀ ਅਸਫਲ ਹੋ ਗਏ ਹਨ। ਕਹਾਵਤ ਹੈ, ਮੇਰੇ ਮਨ ਕੁਝ ਹੋਰ ਹੈ, ਵਿਧਾਤਾ ਦੇ ਕੁਝ ਹੋਰ। ਫਿਰ ਸਲਾਹ ਦਿੰਦੇ ਹੋਏ ਬੋਲੇ, ਭਾਈ ਸਾਹਿਬ, ਇਹ ਨਿਰੀ ਸਿਆਣਪ ਛੱਡ ਦਿਓ। ਇਹ ਹੰਕਾਰ ਤੁਹਾਡੀ ਕੋਈ ਮਦਦ ਨਹੀਂ ਕਰ ਸਕੇਗਾ। ਇਸ ਤਰ੍ਹਾਂ ਦੋਵਾਂ ਧਿਰਾਂ ਦੇ ਖੰਡਨ ਮੰਡਨ ਵਿੱਚ ਲਗਭਗ 1 ਘੰਟਾ ਬੀਤ ਗਿਆ ਅਤੇ ਹਮੇਸ਼ਾ ਦੀ ਤਰ੍ਹਾਂ ਕੋਈ ਨਤੀਜਾ ਨਾ ਨਿਕਲ ਸਕਿਆ। ਇਸ ਲਈ ਤੰਗ ਅਤੇ ਮਜਬੂਰ ਹੋ ਕੇ ਬਹਿਸ ਨੂੰ ਮੁਲਤਵੀ ਕਰਨਾ ਪਿਆ। ਇਸ ਦਾ ਨਤੀਜਾ ਇਹ ਹੋਇਆ ਕਿ ਮੇਰੀ ਮਾਨਸਿਕ ਸ਼ਾਂਤੀ ਭੰਗ ਹੋ ਗਈ ਅਤੇ ਮੈਨੂੰ ਮਹਿਸੂਸ ਹੋਇਆ ਕਿ ਜਦੋਂ ਤੱਕ ਘੋਰ ਸਰੀਰਕ ਬੁੱਧੀ ਅਤੇ ਹੰਕਾਰ ਨਾ ਹੋਵੇ ਉਦੋਂ ਤੱਕ ਬਹਿਸ ਸੰਭਵ ਨਹੀਂ ਹੈ। ਅਸਲ ਵਿੱਚ ਇਹ ਹੰਕਾਰ ਹੀ ਬਹਿਸ ਦੀ ਜੜ ਹੈ। ਜਦੋਂ ਮੈਂ ਬਾਕੀ ਲੋਕਾਂ ਨਾਲ ਮਸਜਿਦ ਗਿਆ ਤਾਂ ਬਾਬਾ ਨੇ ਕਾਕਾ ਸਾਹਿਬ ਨੂੰ ਸੰਬੋਧਨ ਕਰਕੇ ਸਵਾਲ ਕੀਤਾ ਕਿ ਸਾਠੇਵਾੜਾ ਵਿੱਚ ਕੀ ਹੋ ਰਿਹਾ ਸੀ, ਕਿਸ ਵਿਸ਼ੇ ਤੇ ਬਹਿਸ ਹੋ ਰਹੀ ਸੀ। ਫਿਰ ਮੇਰੇ ਵੱਲ ਦੇਖ ਕੇ ਬੋਲੇ ਕਿ ਇਸ ਹਿਮਾੜ ਪੰਧ ਨੇ ਕੀ ਕਿਹਾ। ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ। ਸਾਠੇਵਾੜਾ ਅਤੇ ਮਸਜਿਦ ਵਿੱਚ ਕਾਫੀ ਦੂਰੀ ਸੀ। ਅੰਤਰਜਾਮੀ ਹੋਏ ਬਿਨਾਂ ਬਾਬਾ ਨੂੰ ਬਹਿਸ ਦਾ ਗਿਆਨ ਕਿਵੇਂ ਹੋ ਸਕਦਾ ਸੀ। ਮੈਂ ਸੋਚਣ ਲੱਗਾ ਕਿ ਬਾਬਾ ਹਿਮਾੜ ਪੰਧ ਦਾ ਨਾਲ ਮੈਨੂੰ ਸੰਬੋਧਨ ਕਰ ਰਹੇ ਹਨ। ਇਹ ਸ਼ਬਦ ਤਾਂ ਹਿਮਾਦਰੀ ਪੰਥ ਦਾ ਵਿਗੜਿਆ ਰੂਪ ਹੈ। ਹਿਮਾਦਰੀ ਪੰਥ ਦੇਵਗਿਰੀ ਦੇ ਯਾਦਵ ਰਾਜਵੰਸ਼ੀ ਮਹਾਰਾਜਾ ਮਹਾਦੇਵ ਅਤੇ ਰਾਮਦੇਵ ਦੇ ਪ੍ਰਸਿੱਧ ਮੰਤਰੀ ਸੀ। ਉਹ ਉੱਚ ਕੋਟੀ ਦੇ ਵਿਦਵਾਨ, ਉੱਤਮ ਸੁਭਾਅ ਅਤੇ ਚਤੁਰਵਰਗ ਚਿੰਤਾਮਣੀ, ਜਿਸ ਵਿੱਚ ਅਧਿਆਤਮਕ ਵਿਸ਼ਿਆਂ ਦੀ ਸਮੀਖਿਆ ਹੈ ਅਤੇ ਰਾਜ ਪ੍ਰਸ਼ਾਸਿਤ ਵਰਗੇ ਉੱਤਮ ਕਾਵਿ ਦੇ ਰਚਨਹਾਰ ਸੀਗੇ। ਉਹਨਾਂ ਨੇ ਹੀ ਹਿਸਾਬ ਕਿਤਾਬ ਰੱਖਣ ਦੇ ਨਵੇਂ ਢੰਗ ਦੀ ਖੋਜ ਕੀਤੀ ਸੀ ਅਤੇ ਵਹੀ ਖਾਤੇ ਦੀ ਰੀਤ ਨੂੰ ਜਨਮ ਦਿੱਤਾ ਸੀ। ਅਤੇ ਕਿੱਥੇ ਮੈਂ ਇਸ ਦੇ ਉਲਟ ਇੱਕ ਅਗਿਆਨੀ, ਮੂਰਖ ਅਤੇ ਘੱਟ ਬੁੱਧੀ ਹਾਂ। ਇਸ ਲਈ ਮੇਰੀ ਸਮਝ ਵਿੱਚ ਨਾ ਆਇਆ ਕਿ ਮੈਨੂੰ ਇਸ ਖਾਸ ਉਪਾਧੀ ਨਾਲ ਸਭਾਏਮਾਨ ਕਰਨ ਦੀ ਕੀ ਮਤਲਬ ਸੀ। ਡੂੰਘੀ ਸੋਚ ਕਰਨ ਦੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਕਿਤੇ ਬਾਬਾ ਨੇ ਮੈਨੂੰ ਹੰਕਾਰ ਨੂੰ ਚੂਰ ਕਰਨ ਲਈ ਤਾਂ ਨਹੀਂ ਇਹ ਗੱਲ ਕਹੀ ਸੀ, ਤਾਂ ਇਸ ਹਥਿਆਰ ਦਾ ਪ੍ਰਯੋਗ ਨਹੀਂ ਕੀਤਾ ਸੀਗਾ ਤਾਂ ਕਿ ਮੈਂ ਭਵਿੱਖ ਵਿੱਚ ਹਮੇਸ਼ਾ ਲਈ ਹੰਕਾਰ ਛੱਡ ਕੇ ਨਿਮਰ ਹੋ ਜਾਵਾਂ
ਤਾਂ ਜਾਂ ਕਿਤੇ ਇਹ ਮੇਰੇ ਸ਼ਬਦਾਂ ਦੀ ਚਤੁਰਾਈ ਕਰਕੇ ਮੇਰੀ ਤਾਰੀਫ ਤਾਂ ਨਹੀਂ ਕਰ ਰਹੇ। ਭਵਿੱਖ ਤੇ ਨਜ਼ਰ ਮਾਰਨ ਨਾਲ ਪਤਾ ਚੱਲਦਾ ਹੈ ਕਿ ਬਾਬਾ ਵੱਲੋਂ ਹਿਮਾਡ ਪੰਥ ਦੀ ਉਪਾਧੀ ਨਾਲ ਸੁਭਾਏਮਾਨ ਕਰਨਾ ਕਿੰਨਾ ਅਰਥਪੂਰਨ ਅਤੇ ਭਵਿੱਖ ਜਾਣਨ ਯੋਗ ਸੀਗਾ। ਸਾਰੇ ਜਾਣਦੇ ਹਨ ਕਿ ਆਉਣ ਵਾਲੇ ਵਕਤ ਵਿੱਚ ਦਾਭੋਲਕਰ ਨੇ ਸ਼੍ਰੀ ਸਾਈਂ ਬਾਬਾ ਸੰਸਥਾਨ ਦਾ ਪ੍ਰਬੰਧਨ ਕਿੰਨੇ ਸੁਚੱਜੇ ਅਤੇ ਸਿਆਣੇ ਢੰਗ ਨਾਲ ਕੀਤਾ ਸੀ। ਹਿਸਾਬ ਕਿਤਾਬ ਕਿੰਨੇ ਉੱਤਮ ਤਰੀਕੇ ਨਾਲ ਰੱਖੇ ਅਤੇ ਨਾਲ ਮਹਾਕਾਵ ਸਾਈਂ ਸਤਚਰਿਤਰ ਦੀ ਰਚਨਾ ਵੀ ਕੀਤੀ। ਇਸ ਗ੍ਰੰਥ ਵਿੱਚ ਮਹੱਤਵਪੂਰਨ ਅਤੇ ਅਧਿਆਤਮਕ ਵਿਸ਼ਿਆਂ ਜਿਵੇਂ ਗਿਆਨ, ਭਗਤੀ, ਵਿਰਾਗ, ਸ਼ਰਨਾਗਤ ਅਤੇ ਆਤਮ ਸਮਰਪਣ ਆਦਿ ਦਾ ਮੇਲ ਹੈ। ਹੁਣ ਅਸੀਂ ਗੁਰੂ ਦੀ ਜ਼ਰੂਰਤ ਤੇ ਗਿਆਨ ਪਾਉਂਦੇ ਹਾਂ। ਇਸ ਵਿਸ਼ੇ ਤੇ ਬਾਬਾ ਨੇ ਕੀ ਉਚਾਰਨ ਕੀਤਾ, ਇਸ ਬਾਰੇ ਵਿੱਚ ਹਿਮਾਡ ਪੰਥ ਦਾ ਲਿਖਿਆ ਹੋਇਆ ਲੇਖ ਜਾਂ ਯਾਦ ਪੱਤਰ ਨਹੀਂ ਮਿਲਿਆ, ਪਰ ਕਾਕਾ ਸਾਹਿਬ ਦੀਕਸ਼ਿਤ ਨੇ ਇਸ ਵਿਸ਼ੇ ਤੇ ਆਪਣੇ ਲੇਖ ਪ੍ਰਕਾਸ਼ਿਤ ਕੀਤੇ ਹਨ। ਬਾਬਾ ਨਾਲ ਮੁਲਾਕਾਤ ਕਰਨ ਦੇ ਦੂਜੇ ਦਿਨ ਹਿਮਾਡ ਪੰਥ ਅਤੇ ਕਾਕਾ ਸਾਹਿਬ ਨੇ ਮਸਜਿਦ ਵਿੱਚ ਜਾ ਕੇ ਘਰ ਵਾਪਸ ਜਾਣ ਦੀ ਆਗਿਆ ਮੰਗੀ। ਬਾਬਾ ਨੇ ਆਗਿਆ ਦੇ ਦਿੱਤੀ। ਕਿਸੇ ਨੇ ਸਵਾਲ ਕੀਤਾ, ਬਾਬਾ ਕਿੱਥੇ ਜਾਈਏ? ਜਵਾਬ ਮਿਲਿਆ, ਉੱਪਰ ਜਾਓ। ਸਵਾਲ, ਰਾਹ ਕਿਸ ਤਰ੍ਹਾਂ ਦਾ ਹੈ? ਬਾਬਾ, ਅਨੇਕ ਰਾਹ ਹਨ, ਇੱਥੋਂ ਵੀ ਇੱਕ ਰਾਹ ਹੈ, ਪਰ ਇੱਕ ਰਾਹ ਔਖਾ ਹੈ ਅਤੇ ਸ਼ੇਰ ਅਤੇ ਭੇੜੀਏ ਵੀ ਮਿਲਣਗੇ। ਕਾਕਾ ਸਾਹਿਬ, ਜੇ ਰਾਹ ਦਿਖਾਉਣ ਵਾਲਾ ਵੀ ਨਾਲ ਹੋਵੇ ਤਾਂ? ਬਾਬਾ, ਤਾਂ ਕੋਈ ਤਕਲੀਫ ਨਹੀਂ ਹੋਏਗੀ। ਰਾਹ ਦਿਖਾਉਣ ਵਾਲਾ ਤੁਹਾਡੀ ਸ਼ੇਰ, ਭੇੜੀਏ ਅਤੇ ਖੱਡਾਂ ਤੋਂ ਰੱਖਿਆ ਕਰਕੇ ਤੁਹਾਨੂੰ ਸਿੱਧੇ ਨਿਸ਼ਚਿਤ ਥਾਂ ਤੇ ਪਹੁੰਚਾ ਦੇਵੇਗਾ, ਪਰ ਉਸ ਦੇ ਨਾਲ ਨਾ ਹੋਣ ਤੇ ਜੰਗਲ ਵਿੱਚ ਰਾਹ ਭੁੱਲਣ ਦਾ ਜਾਂ ਖੱਡ ਵਿੱਚ ਡਿੱਗਣ ਦਾ ਖਤਰਾ ਹੈ। ਦਾਭੋਲਕਰ ਇਸ ਪ੍ਰਸੰਗ ਦੇ ਮੌਕੇ ਤੇ ਹਾਜ਼ਰ ਸੀ। ਉਹਨਾਂ ਨੇ ਸੋਚਿਆ ਕਿ ਜੇ ਕੁਝ ਬਾਬਾ ਕਹਿ ਰਹੇ ਹਨ, ਉਹ ਗੁਰੂ ਦੀ ਜ਼ਰੂਰਤ ਕਿਉਂ ਹੈ? ਇਸ ਸਵਾਲ ਦਾ ਜਵਾਬ ਹੈ ਸਾਈਂ ਲੀਲਾ ਭਾਗ 1 ਨੰਬਰ 5 ਅਤੇ ਸਫਾ 47 ਦੇ ਅਨੁਸਾਰ। ਉਹਨਾਂ ਨੇ ਸਦਾ ਲਈ ਮਨ ਵਿੱਚ ਗੰਢ ਬੰਨ੍ਹ ਲਈ ਕਿ ਹੁਣ ਕਦੀ ਵੀ ਇਸ ਵਿਸ਼ੇ ਤੇ ਬਹਿਸ ਨਹੀਂ ਕਰਨਗੇ ਕਿ ਆਜ਼ਾਦ ਜਾਂ ਗੁਲਾਮ ਆਦਿ ਅਧਿਆਤਮਕ ਵਿਸ਼ਿਆਂ ਲਈ ਕਿਸ ਤਰ੍ਹਾਂ ਦਾ ਸਿੱਧ ਹੋਵੇਗਾ। ਜਵਾਬ ਇਸ ਦੇ ਉਲਟ ਅਸਲ ਵਿੱਚ ਪ੍ਰਮਾਰਥ ਲਾਭ ਸਿਰਫ ਗੁਰੂ ਦੇ ਉਪਦੇਸ਼ ਪਾਲਣ ਵਿੱਚ ਲੁਕਿਆ ਹੋਇਆ ਹੈ। ਇਹਨਾਂ ਉਪਦੇਸ਼ਾਂ ਦਾ ਵਰਣਨ ਮੂਲ ਕਾਵ ਗ੍ਰੰਥ ਦੇ ਇਸੇ ਅਧਿਆਇ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਅਤੇ ਕ੍ਰਿਸ਼ਨ ਅਵਤਾਰੀ ਪੁਰਖ ਹੁੰਦੇ ਹੋਏ ਵੀ ਆਤਮਾਨੁਭੂਤੀ ਦੇ ਲਈ ਰਾਮ ਨੂੰ ਆਪਣੇ ਗੁਰੂ ਵਸ਼ਿਸ਼ਠ ਅਤੇ ਕ੍ਰਿਸ਼ਨ ਨੂੰ ਆਪਣੇ ਗੁਰੂ ਸੰਦੀਪਨ ਦੀ ਸ਼ਰਨ ਵਿੱਚ ਜਾਣਾ ਪਿਆ। ਇਸ ਰਾਹ ਵਿੱਚ ਉન્નਤੀ ਪ੍ਰਾਪਤ ਕਰਨ ਦੇ ਲਈ ਸਿਰਫ ਸ਼ਰਧਾ ਅਤੇ ਧੀਰਜ, ਇਹੀ ਦੋ ਗੁਣ ਮਦਦਗਾਰ ਹਨ। ਸ਼੍ਰੀ ਸਾਈਂ ਸਤਿਗੁਰੂ ਸਾਈਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਸ਼ਾਂਤੀ ਪਾਓ। ਓਮ ਸਾਈ ਰਾਮ।